ਸੋ ਪ੍ਰਾਈਡ ਪੰਜਾਬ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਦੱਸ ਦਈਏ ਕਿ ਕੱਲ੍ਹ ਜੋ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਤੱਕ ਪਹੁੰਚਿਆ, ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਨੇ ਉਹਦੇ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ। ਖਾਸ ਤੌਰ 'ਤੇ ਨੌਜਵਾਨ ਜਿਹੜੇ ਨੇ ਵੱਡੇ ਪੱਧਰ ਦੇ ਉੱਥੇ ਪਹੁੰਚੇ ਹੋਏ ਸੀ। ਸੋ ਇਸ ਮਾਰਚ ਦੀ ਅਗਵਾਈ ਕਰ ਰਹੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਜੁੜੇ ਹੋਏ ਨੇ, ਅਤੇ ਆਪਾਂ ਉਹਨਾਂ ਦੇ ਕੋਲੋਂ ਜਾਣਦੇ ਹਾਂ ਅਤੇ ਕਿਵੇਂ ਰਿਹਾ ਕੱਲ੍ਹ ਦਾ, ਕੁਛ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਹੋਪ ਮਿਲੀ ਹੋਵੇ ਕੱਲ੍ਹ ਇਸ ਮਾਰਚ ਤੋਂ, ਤੇ ਫਿਊਚਰ ਦੇ ਵਿੱਚ ਕੀ ਪਲਾਨ ਹੈਗੇ ਆ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦੇ ਹਾਂ ਪ੍ਰੋਫੈਸਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਆਪ ਜੀ ਨੇ ਮੈਨੂੰ ਮੌਕਾ ਦਿੱਤਾ ਹੈ ਆਪ ਜੀ ਦੇ ਨਾਲ ਸਾਂਝ ਪਾਉਣ ਦਾ। ਧੰਨਵਾਦ ਜੀ, ਬਹੁਤ ਬਹੁਤ। ਪ੍ਰੋਫੈਸਰ ਮੈਂ ਜਾਣਨਾ ਚਾਹਾਂਗਾ, ਇਹ ਮਾਰਚ ਜਿਹੜਾ ਕੱਲ੍ਹ ਤੁਸੀਂ ਚੰਡੀਗੜ੍ਹ ਤੱਕ ਲੈ ਕੇ ਗਏ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ। ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦਾ ਬਹੁਤ ਪ੍ਰਭਾਵ ਦੇਖਣ ਨੂੰ ਕੱਲ੍ਹ ਮਿਲਿਆ। ਸੋ ਕਿਵੇਂ ਰਿਹਾ ਕੱਲ੍ਹ ਦਾ? ਇਹ ਸਕਸੈਸਫੁਲ ਰਿਹਾ? ਤੁਹਾਨੂੰ ਕਾਮਯਾਬੀ ਮਿਲੀ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਾਂਗਾ ਕਿ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਇਹ ਮਾਰਚ ਆਰੰਭ ਕੀਤਾ ਗਿਆ ਜੀ। ਬਿਲਕੁਲ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਿੱਖ ਕੌਮ ਦੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਜੀ ਕਿ ਸਾਹਿਬਜ਼ਾਦਿਆਂ ਦੀ ਪਵਿੱਤਰ ਧਰਤੀ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਉਸ ਸਥਾਨ ਜਿੱਥੇ ਕਿ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਜੀ, ਉੱਥੋਂ ਅਸੀਂ ਅਰਦਾਸ ਕਰਨ ਉਪਰੰਤ ਉਹਨਾਂ ਦੀਆਂ ਅਸੀਸਾਂ ਲੈ ਕਰਕੇ ਜਿੱਦਾਂ ਤੁਰੇ ਹਾਂ ਜੀ। ਤੇ ਪਹਿਲੀ ਗੱਲ ਤਾਂ ਇਹ ਜਿਹੜਾ ਮਾਰਚ ਸੀਗਾ ਇਹ ਖਾਲਸਾਈ ਜਾਹੋ ਜਹਾਲ ਦੇ ਨਾਲ ਇਹ ਭੇਜਿਆ ਪਿਆ ਸੀਗਾ। ਠੀਕ ਹੈ। ਇੱਕ ਬਹੁਤ ਵੱਡੀ ਸੈਟਿਸਫੈਕਸ਼ਨ ਸਾਨੂੰ ਹੋਈ ਹੈ, ਜਿੱਥੋਂ ਸਾਨੂੰ ਇੱਕ ਊਰਜਾ ਮਿਲੀ ਹੈ, ਇੱਕ ਐਨਰਜੀ ਮਿਲੀ ਹੈ, ਤਾਕਤ ਮਿਲੀ ਹੈ ਸਾਡੇ ਅੰਦਰ ਕਿ ਪੰਥਕ ਸੋਚ ਨੇ ਹੋਰ ਮਜ਼ਬੂਤੀ ਬਖਸ਼ੀ ਹੈ। ਤੇ ਸਭ ਤੋਂ ਪਹਿਲੀ ਗੱਲ, ਇੰਪੋਰਟੈਂਟ ਗੱਲ ਜਿਹੜੀ ਮੈਂ ਅਚੀਵਮੈਂਟ ਕਹਾਂਗਾ ਇੱਕ ਪ੍ਰਕਾਰ ਦੀ, ਉਹ ਇਹ ਹੈਗੀ ਸਭ ਤੋਂ ਮੋਸਟ ਇੰਪੋਰਟੈਂਟ ਜੀ। ਦੇਖੋ, ਰਿਜ਼ਲਟਸ ਜਿਹੜੇ ਨੇ ਕਈ ਵਾਰ ਲੇਟ ਆਉਂਦੇ ਨੇ, ਕਈ ਵਾਰੀ ਉਹਨਾਂ ਦੇ ਵਾਸਤੇ ਸਟਰਗਲਸ ਜਿਹੜੀਆਂ ਨੇ ਕੰਟੀਨਿਊ ਕਰਨੀਆਂ ਪੈਂਦੀਆਂ ਨੇ, ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜਜ਼ਬਾ ਜੀ। ਉਹ ਹੁੰਦੀ ਹੈ ਤੁਹਾਡੀ ਸਪਿਰਿਟ, ਕਿ ਤੁਸੀਂ ਕਿਸ ਸਪਿਰਿਟ ਦੇ ਨਾਲ, ਕਿਸ ਅੰਦਾਜ਼ ਵਿੱਚ ਤੁਸੀਂ ਜਾ ਰਹੇ ਹੋ। ਇੱਕ ਮੰਗਤੇ ਬਣ ਕੇ ਜਾ ਰਹੇ ਹੋ ਜਾਂ ਤੁਸੀਂ ਇੱਕ ਆਪਣਾ ਹੱਕ ਤੇ ਸੱਚ ਵਾਸਤੇ ਜਾ ਰਹੇ ਹੋ। ਤਾਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਅਸੀਂ ਉਸ ਭਾਵਨਾ ਨਾਲ ਗਏ ਸੀਗੇ ਕਿ ਸਾਹਿਬਜ਼ਾਦਿਆਂ ਨੇ ਸਾਨੂੰ ਹੱਕ ਤੇ ਸੱਚ ਵਾਸਤੇ ਜੂਝਣ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਹੈ। ਅਸੀਂ ਮੰਗਤੇ ਬਣ ਕੇ ਉੱਥੇ ਨਹੀਂ ਗਏ ਸੀਗੇ। ਅਗਲੀ ਗੱਲ ਜੀ ਕਿ ਅਸੀਂ ਉੱਥੇ ਜਦ ਇਹ ਬੰਦੀ ਸਿੰਘ ਮਾਰਚ ਜਿਹੜਾ ਸੀ, ਰਿਹਾਈ ਮਾਰਚ ਜਿਹੜਾ ਸੀਗਾ ਉਹ ਲਿਖਿਆ ਗਿਆ ਸੀਗਾ, ਤੇ ਉਸ ਵੇਲੇ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਇਹ ਗੱਲ ਸੀਗੀ ਕਿ ਗਵਰਨਰ ਤੱਕ ਕਿਉਂ ਜਾਣਾ ਹੈ, ਵਾਈ ਗਵਰਨਰ ਜੀ, ਐਂਡ ਅਸੀਂ ਗਵਰਨਰ ਤੱਕ ਕਿਉਂ ਕਰਨਾ ਹੈ। ਉਹਦੇ ਪਿੱਛੇ ਸਭ ਤੋਂ ਵੱਡਾ ਇੱਕ ਕੌਂਸਟੀਟਿਊਸ਼ਨਲ ਰੀਜ਼ਨ ਇਹ ਸੀਗਾ, ਲੀਗਲ ਰੀਜ਼ਨ ਇਹ ਸੀਗਾ ਕਿ ਗਵਰਨਰ ਹੈਜ਼ ਦਾ ਪਾਵਰ ਅੰਡਰ ਆਰਟੀਕਲ 161 ਆਫ ਦ ਇੰਡੀਅਨ ਕੌਂਸਟੀਟਿਊਸ਼ਨ। ਉਹ ਕੋਲ ਇੱਕ ਪਾਵਰ ਹੈ, ਔਰ ਉਸ ਪਾਵਰ ਦੇ ਹੇਠ ਕੀ ਹੈਗਾ ਹੈ ਕਿ ਗਵਰਨਰ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਉਹਦੇ ਜੁਰਿਸਡਿਕਸ਼ਨ ਦੇ ਵਿੱਚ ਆਉਂਦੇ ਨੇ, ਉਹਨਾਂ ਬੰਦੀ ਸਿੰਘਾਂ ਨੂੰ, ਉਹਨਾਂ ਪ੍ਰਿਜ਼ਨਰਸ ਨੂੰ ਉਹ ਫ੍ਰੀ ਕਰ ਸਕਦਾ ਹੈ, ਉਹਨਾਂ ਨੂੰ ਉਹ ਛੱਡ ਸਕਦਾ ਹੈ। ਅੱਛਾ। ਸੋ ਅਸੀਂ ਇਸ ਕਰਕੇ, ਕਿਉਂਕਿ ਗਵਰਨਰ ਕੋਲ ਅੰਡਰ ਦਾ ਆਰਟੀਕਲ 161 ਉਹਦੇ ਕੋਲ ਇੱਕ ਕੌਂਸਟੀਟਿਊਸ਼ਨਲ ਪਾਵਰ ਹੈ, ਅਸੀਂ ਉਸ ਨਜ਼ਰੀਏ ਰੱਖਦੇ ਹੋਏ ਅਸੀਂ ਉਹਦੇ ਕੋਲ ਗਏ ਸੀਗੇ। ਮੁੱਖ ਮੰਤਰੀ ਕੋਲ ਇਹੋ ਜਿਹੀਆਂ ਪਾਵਰਸ ਨਹੀਂ ਹੁੰਦੀਆਂ, ਕਿਸੇ ਹੋਰ ਵਿਅਕਤੀ ਕੋਲ ਐਸੀ ਪਾਵਰ ਨਹੀਂ ਹੁੰਦੀਆਂ। ਇੰਡੀਅਨ ਕੌਂਸਟੀਟਿਊਸ਼ਨ ਦੇ ਆਰਟੀਕਲ 72 ਦੇ ਮੁਤਾਬਕ ਸੇਮ ਪਾਵਰਸ ਆਲਮੋਸਟ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਨੇ। ਔਰ ਅਗਰ ਸੂਬਿਆਂ ਦੀ ਗੱਲ ਕਰੀਏ ਤਾਂ ਆਰਟੀਕਲ 161 ਦੇ ਅੰਡਰ ਗਵਰਨਰ ਕੋਲ ਇਹ ਪਾਵਰਸ ਨੇ। ਇਸ ਕਰਕੇ ਅਸੀਂ ਇਹ ਸਾਹਿਬਜ਼ਾਦਿਆਂ ਦੀ ਧਰਤੀ ਤੋਂ ਸ਼ਕਤੀ ਲੈ ਕੇ, ਐਨਰਜੀ ਲੈ ਕਰਕੇ ਅਸੀਂ ਗਵਰਨਰ ਤੱਕ ਪਹੁੰਚੇ ਸੀਗੇ। ਇਹ ਸਾਡਾ ਮਕਸਦ ਸੀਗਾ ਸਟਾਰਟਿੰਗ ਦਾ ਤੇ ਐਂਡ ਦਾ। ਹੁਣ ਅਗਲੀ ਗੱਲ ਜੀ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਸਰਬੱਤ ਖਾਲਸਾ ਦੇ ਜਥੇਦਾਰ, ਇਸ ਕਮੇਟੀ ਵੱਲੋਂ 17 ਅਗਸਤ 2019 ਨੂੰ ਸਭ ਤੋਂ ਪਹਿਲਾਂ ਅਸੀਂ ਬਿਗਲ ਵਜਾਇਆ ਸੀਗਾ, ਜਦ ਅਸੀਂ ਅੰਮ੍ਰਿਤਸਰ ਦੀ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਧਰਨੇ ਦਿੱਤੇ ਸੀਗੇ। ਉਹਦੇ ਬਾਅਦ ਇਟ ਵਾਸ ਫੋਲੋਡ ਬਾਈ ਚੰਡੀਗੜ੍ਹ ਦੀ ਜੇਲ੍ਹ ਦੇ ਬਾਹਰ ਦਿੱਤੇ, ਗੁੜੈਲ ਜੇਲ੍ਹ ਦੇ ਬਾਹਰ, ਨਾਭੇ ਜੇਲ੍ਹ ਦੇ ਬਾਹਰ ਦਿੱਤੇ, ਪਟਿਆਲੇ ਜੇਲ੍ਹ ਦੇ ਬਾਹਰ ਦਿੱਤੇ। ਅਸੀਂ ਇਸ ਤਰੀਕੇ ਦੇ ਨਾਲ ਇਸ ਸਿਲਸਿਲੇ ਨੂੰ ਬੜੇ ਲੰਬੇ ਸਮੇਂ ਤੱਕ ਇਸ ਨੂੰ ਅਸੀਂ ਚਲਾਉਂਦੇ ਰਹੇ। ਫਿਰ ਉਹਦੇ ਬਾਅਦ ਅਸੀਂ ਇੱਕ ਚਿੱਠੀ ਵੀ ਰਾਸ਼ਟਰਪਤੀ ਨੂੰ ਲਿਖੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਤੇ ਉਹਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਹਾਈਲਾਈਟ ਕੀਤਾ ਸੀਗਾ ਕਿ ਸਾਡੇ ਨਾਲ ਇੱਕ ਕੌਂਸਟੀਟਿਊਸ਼ਨਲ
ਵਿਕਟਿਮਾਈਜੇਸ਼ਨ ਕੀਤੀ ਜਾ ਰਹੀ ਹੈ, ਸਾਡੇ ਨਾਲ ਇੱਕ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ, ਔਰ ਉਸ ਡਿਸਕ੍ਰਿਮੀਨੇਸ਼ਨ ਨੂੰ ਐਂਡ ਕੀਤਾ ਜਾਵੇ। ਕਿਉਂਕਿ ਡਿਸਕ੍ਰਿਮੀਨੇਸ਼ਨ ਵਰਡ ਮੈਂ ਕਿਉਂ ਯੂਜ਼ ਕੀਤਾ, ਉਹਦੇ ਵਿੱਚ ਇੱਕ ਕਾਰਨ ਹੈ ਕਿ ਅਸੀਂ ਉਹ 'ਚ ਕੋਟ ਕੀਤਾ ਸੀਗਾ ਕਿ ਬਈ ਆਰਟੀਕਲ 161 ਦੇ ਅੰਡਰ 2019 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਰਿਕਮੈਂਡੇਸ਼ਨ ਦੇ ਉੱਤੇ 4 ਪੁਲਿਸ ਵਾਲੇ ਜਿਨ੍ਹਾਂ ਨੂੰ ਕਿ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀਗੀ, ਉਹਨਾਂ 4 ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਕਿ ਸਿੱਖਾਂ ਦੇ ਕਤਲ ਕੀਤੇ ਸੀਗੇ, ਅੱਛਾ ਜੀ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੀਗੀ। ਲੇਕਿਨ 3-4 ਸਾਲ ਦੀ ਸਜ਼ਾ ਬੀਤਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਰਿਲੀਜ਼ ਵਾਸਤੇ ਰਿਕਮੈਂਡੇਸ਼ਨ ਕਰਕੇ ਗਵਰਨਰ ਦੇ ਕੋਲੋਂ ਉਹਨਾਂ ਦੀ ਰਿਹਾਈ ਕਰਵਾਈ ਸੀਗੀ। ਬਿਲਕੁਲ, ਦਿਸ ਇਜ਼ ਅ ਕਾਈਂਡ ਆਫ ਡਿਸਕ੍ਰਿਮੀਨੇਸ਼ਨ। ਦਿਸ ਇਜ਼ ਵਨ, ਇਟ ਇਜ਼ ਨਾਟ ਓਨਲੀ ਵਨ ਐਗਜ਼ਾਮਪਲ, ਇਹੋ ਜਿਹੀਆਂ ਸਾਡੇ ਕੋਲ ਨਿਊਮਰਸ ਐਗਜ਼ਾਮਪਲਸ ਹੈਗੇ ਨੇ ਜਿੱਥੇ ਸਾਨੂੰ ਡਿਸਕ੍ਰਿਮੀਨੇਟ ਕੀਤਾ ਗਿਆ, ਸਾਨੂੰ ਵਿਕਟਿਮਾਈਜੇਸ਼ਨ ਕੀਤਾ ਗਿਆ, ਸਾਡੇ ਨਾਲ ਸਾਡਾ ਇਹ ਕਹਿ ਲਓ ਕਿ ਸਾਨੂੰ ਚੜਾਇਆ ਗਿਆ ਕਿ ਦੇਖੋ ਤੁਸੀਂ ਇਸ ਤੁਹਾਡੇ ਨਾਲ ਗੁਲਾਮਾਂ ਵਾਲਾ ਸਲੂਕ ਜਿਹੜਾ ਹੈ ਉਹ ਕਰ ਰਹੇ ਆ। ਸੋ ਅਸੀਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਪੇਨਿੰਗ ਕੀਤੀ, ਪੋਸਟਰਸ ਲਗਵਾਏ, ਅਸੀਂ ਲੋਕਾਂ ਨੂੰ ਜਾ ਕੇ ਪਿੰਡਾਂ ਵਿੱਚ ਜਾ ਕੇ ਮਿਲੇ ਹਾਂ, ਫਿਰ ਲੋਕਾਂ ਦਾ ਰਿਸਪੌਂਸ ਦੇਖਿਆ, ਲੋਕਾਂ ਦੀ ਪਲਸ ਵੇਖੀ, ਲੋਕਾਂ ਦਾ ਜਿਹੜਾ ਸੀਗਾ ਐਟੀਟਿਊਡ ਦੇਖਿਆ, ਐਂਡ ਦੈਟ ਵਾਸ ਸੁਪਰਬ, ਦੈਟ ਵਾਸ ਸੁਪਰਬ। there was an overwhelming response। ਮੈਂ ਉਹਦੇ ਵਿੱਚੋਂ ਇੱਕ ਗੱਲ ਬੜੇ ਕੌਨਫੀਡੈਂਸ ਦੇ ਨਾਲ ਕਹਿ ਸਕਦਾ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੌਮ ਜਿਹੜੀ ਹੈ ਬੜੀ ਹੀ ਸੈਂਸਿਟਿਵ ਹੈ, ਔਰ ਕੌਮ ਇਸ ਮੁੱਦੇ ਨੂੰ ਜਿਹੜਾ ਹੈ ਕਿਸੇ ਲੌਜੀਕਲ ਐਂਡ ਤੱਕ ਪਹੁੰਚਾਉਣਾ ਚਾਹੁੰਦੀ ਹੈ ਜੀ। ਸੋ ਜਿਹੜਾ ਕੱਲ ਦਾ ਇੱਕ ਸਾਡਾ ਜਿਹੜਾ ਮਾਰਚ ਸੀਗਾ, ਉਹ ਮਾਰਚ ਤੋਂ ਇਹ ਗੱਲ ਬਿਲਕੁਲ ਪ੍ਰਾਈਮਾ ਫੇਸੀ ਐਵੀਡੈਂਸ ਦੇ ਰੂਪ ਵਿੱਚ ਨਿਕਲ ਕੇ ਬਾਹਰ ਆਈ ਹੈ ਕਿ ਬਈ ਇਸ ਦੇ ਵਿੱਚ ਯੂਥ ਨੇ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਹੈ। ਔਰ ਉਹ ਮੈਂ ਕਹਾਂਗਾ ਕਿ ਬਈ ਯੂਥ ਜਿਹੜਾ ਹੈ ਉਹ ਹੁਣ ਕਿਸਾਨ ਮੋਰਚੇ ਦੇ ਬਾਅਦ ਬੜਾ ਡਿਸਿਪਲਿਨਡ ਵੀ ਹੋ ਗਿਆ ਹੈ, ਜਿੱਥੇ ਉਹਨਾਂ ਦੇ ਵਿੱਚ ਇੱਕ ਪੰਥਕ ਜੋਸ਼ ਹੈ, ਜਿੱਥੇ ਉਹਨਾਂ ਦੇ ਵਿੱਚ ਇੱਕ ਜਜ਼ਬਾ ਹੈ ਆਪਣੇ ਕੌਮੀ ਮੁੱਦਿਆਂ ਨੂੰ ਉਭਾਰਨ ਦਾ ਤੇ ਕੌਮੀ ਮੁੱਦਿਆਂ ਦੇ ਬਾਰੇ ਸੋਚਣ ਦਾ। ਮੇਰਾ ਕੰਕਲੂਜਨ ਐਜ਼ ਅ ਪ੍ਰੋਫੈਸਰ, ਐਜ਼ ਅ ਟੀਚਰ, ਬਿਕੋਜ਼ ਆਈ ਹੈਵ ਬੀਨ ਡੀਲਿੰਗ ਵਿਦ ਦ ਯੂਥ, ਆਈ ਨੋ ਕਿ ਕੱਲ ਦੇ ਵਿੱਚੋਂ ਮੈਂ ਇੱਕ ਗੱਲ ਕੱਢੀ ਹੈ ਕਿ ਬਈ youth has become more sensible and very, very disciplined also। ਇਹ ਮੇਰੀ ਕੱਲ ਦੀ observation ਹੈ। How long this observation continues, I cannot say about it। ਮੈਂ ਨਹੀਂ ਕਹਿ ਸਕਦਾ ਕਦ ਤੱਕ ਇਹ ਚੀਜ਼ ਚਲੇਗੀ, ਲੇਕਿਨ ਮੈਂ ਜੋ ਕੱਲ ਦੇਖਿਆ ਉਹਨਾਂ ਦਾ ਐਟੀਟਿਊਡ ਨੌਜਵਾਨਾਂ ਦਾ, ਉਹ ਕਿਸਾਨ ਅੰਦੋਲਨ ਦੇ ਬਾਅਦ they are very serious about the ਕੌਮੀ ਮੁੱਦੇ and at the same time they have become more disciplined। ਕਿਆ ਬਾਤ ਹੈ। ਉਹ ਰਿਜ਼ਲਟ ਓਰੀਐਂਟਡ ਯੂਥ ਐਨਰਜੀ ਜਿਹੜੀ ਹੈ ਉਹ ਸਾਡੇ ਕੋਲ ਆ ਰਹੀ ਹੈ, ਉਹ ਇਹੋ ਜਿਹੀ ਚੀਜ਼ ਕਲਟੀਵੇਟ ਹੋ ਰਹੀ ਹੈ। ਇਹ ਸਾਡੇ ਵਾਸਤੇ ਇੱਕ ਬੜੀ ਪੋਜ਼ਿਟਿਵ ਗੱਲ ਹੈਗੀ ਹੈ ਕਿ ਸੈਂਸੀਬਲ ਵੀ ਬਣ ਗਏ ਤੇ ਡਿਟਰਮਿਨਡ ਵੀ ਹੋ ਗਏ, ਕਮਿਟਮੈਂਟ ਵੀ ਹੈਗੀ ਹੈ ਤੇ ਪੰਥਕ ਜੋਸ਼ ਵੀ ਹੈਗਾ। ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਕਿ ਇਹ ਬੜੀਆਂ ਪੋਜ਼ਿਟਿਵ ਹੈਗੀਆਂ ਨੇ। ਔਰ ਬੱਚਿਆਂ ਨੇ, ਨੌਜਵਾਨਾਂ ਨੇ 2 ਵੀਲਰਸ ਦੇ ਉੱਤੇ 2-2, 3-3 ਬੱਚੇ ਜਿਹੜੇ ਸੀਗੇ ਨੌਜਵਾਨ ਸਾਡੇ ਬੈਠ ਕੇ ਆਏ ਨੇ, ਔਰ ਕਿਸੇ ਪ੍ਰਕਾਰ ਦਾ ਉਹਨਾਂ ਨੇ ਕਿਸੇ ਨੂੰ ਰਸਤੇ ਦੇ ਵਿੱਚ ਕਿਸੇ ਨੂੰ ਕੋਈ ਤੰਗ ਨਹੀਂ ਕੀਤਾ, ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ, ਟ੍ਰੈਫਿਕ ਦੀ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਣ ਦਿੱਤੀ। ਸੋ ਐਵਰੀਥਿੰਗ ਗੋਜ਼ ਇਨ ਫੇਵਰ ਆਫ ਦ ਸਿੱਖ ਕੌਮ। ਇਹ ਸਾਡੇ ਕੌਮ ਦੇ ਵਿੱਚ ਬੱਚੇ ਜਿਹੜੇ ਨੇ ਹੁਣ ਇਹ ਇਸ ਪ੍ਰਕਾਰ ਦੇ ਡਿਸਿਪਲਿਨਡ ਵੀ ਹੋ ਗਏ ਨੇ ਤੇ ਆਪਣੇ ਕੌਮੀ ਮੁੱਦਿਆਂ ਬਾਰੇ ਜਾਗਰੂਕ ਵੀ ਹੋ ਗਏ ਨੇ। ਦਿਸ ਇਜ਼ ਸਮਥਿੰਗ very positive, I think so। ਬਿਲਕੁਲ, ਡੈਫੀਨਿਟਲੀ ਮੇਰਾ ਆਪਣਾ ਮਤਲਬ ਇਹ ਆਬਜ਼ਰਵੇਸ਼ਨਸ ਨੇ ਮੈਂ ਜੋ ਸ਼ੇਅਰ ਕਰ ਰਹੇ ਹਾਂ। ਹਾਂਜੀ। ਅੱਛਾ, ਹੁਣ ਅਗਲੀ ਗੱਲ ਕਿ ਅਸੀਂ ਗਵਰਨਰ ਤੱਕ ਅਸੀਂ ਪਹੁੰਚ ਗਏ, ਅਸੀਂ ਉੱਥੇ ਜਿੱਥੇ ਚੰਡੀਗੜ੍ਹ ਤੱਕ ਪਹੁੰਚੇ ਹਾਂ ਤੇ ਉਸ ਵੇਲੇ ਬੈਰੀਅਰ ਲੱਗੇ ਹੋਏ ਸੀਗੇ, ਬੜੀ ਹੈਵੀ ਜਿਹੜੀ ਬੈਰੀਕੇਡ ਲਗਾਏ ਗਏ ਸੀਗੇ ਤੇ ਸਾਨੂੰ ਅਲਾਉ ਨਹੀਂ ਕੀਤਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ ਟੂ ਐਂਟਰ ਇਨ ਦਾ ਚੰਡੀਗੜ੍ਹ। ਸੋ ਲੇਕਿਨ ਉਹਨਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਆਪਣਾ ਇੱਕ ਡੈਪੂਟੇਸ਼ਨ ਲੈ ਕੇ ਜਾ ਸਕਦੇ ਹੋ, ਔਰ ਉਹ ਪ੍ਰੋਸੈਸ ਅਸੀਂ ਐਡਵੋਕੇਟਸ ਦੇ ਥਰੂ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਸੀਗਾ, ਜਿਹਦੇ ਰਾਹੀਂ ਅਸੀਂ ਆਪਣੇ ਕੁਝ ਬੰਦਿਆਂ ਦੀ ਲਿਸਟ ਭੇਜੀ ਹੋਈ ਸੀਗੀ, ਉਹਨਾਂ ਦੀ ID ਪ੍ਰੂਫs ਲੱਗੇ ਹੋਏ ਸੀ ਨਾਲ। ਸੋ ਉਹਨਾਂ ਨੂੰ ਪਤਾ ਸੀਗਾ ਕਿ ਵੀ ਇਹਨਾਂ ਨੇ ਗਵਰਨਰ ਕੋਲ ਡੈਪੂਟੇਸ਼ਨ ਨੇ ਮੈਮੋਰੰਡਮ ਦੇਣ ਲਈ ਜਾਣਾ ਹੈਗਾ। ਉਸ ਮੈਮੋਰੰਡਮ ਜਿਹੜਾ ਹੈ ਦੇਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤਾਂ, ਲੇਕਿਨ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਸਾਨੂੰ ਉੱਥੇ ਬੜਾ ਸਟਰਗਲ ਕਰਨਾ ਪਿਆ। ਉਹ ਕਿਸ ਤਰੀਕੇ ਨਾਲ ਸਟਰਗਲ ਸੀਗੀ ਕਿ ਬਈ ਸਾਨੂੰ ਉਹਨੇ ਬਾਹਰ ਜਾ ਕਰਕੇ ਕਿਹਾ ਗਿਆ ਕਿ ਜੀ ਤੁਸੀਂ ਵੈਕਸੀਨੇਟਡ ਨਹੀਂ ਹੈਗੇ। ਅਸੀਂ ਕਹਿੰਦੇ ਅਸੀਂ
ਜਿਹੜੀਆਂ ਗੌਰਮੈਂਟ ਦੇ ਨੋਰਮਸ ਨੇ ਉਸ ਮੁਤਾਬਕ ਅਸੀਂ ਵੈਕਸੀਨੇਸ਼ਨ ਲਵਾਈਆਂ ਹੋਈ। ਸਾਡੇ ਕੋਲ ਮੋਬਾਈਲ ਵਿੱਚ ਉਹਦੇ ਸਰਟੀਫਿਕੇਟ ਸੀਗੇ ਬਕਾਇਦਾ, ਲੈ ਕੇ ਗਏ ਸੀਗੇ ਸਾਰੇ ਜਣੇ। ਲੇਕਿਨ ਉਹਨਾਂ ਨੇ ਕਿਹਾ ਜੀ ਗਵਰਨਰ ਸਾਹਿਬ ਤੁਹਾਨੂੰ ਮਿਲ ਨਹੀਂ ਸਕਦੇ ਕਿਉਂਕਿ ਕੋਵਿਡ ਕੰਡੀਸ਼ਨਸ ਕਰਕੇ। ਤੇ ਸਾਡਾ ਵਿੱਚ ਫਿਰ ਉਹਨਾਂ ਨੂੰ ਲੌਜਿਕ ਦਿੱਤਾ ਸੀ ਕਿ ਵੀ ਥੋੜੇ ਦਿਨ ਪਹਿਲਾਂ ਤੇ ਬੀਜੇਪੀ ਦਾ ਇੱਕ ਡੈਪੂਟੇਸ਼ਨ ਜਾ ਕੇ ਮਿਲ ਕੇ ਆਇਆ। ਹਾਂਜੀ ਬਿਲਕੁਲ, ਅਖਬਾਰਾਂ ਵਿੱਚ ਨਿਊਜ਼ ਲੱਗੀ ਬਕਾਇਦਾ। ਤੇ ਬੀਜੇਪੀ ਵਾਲੇ ਜਾ ਕਰਕੇ ਕੋਵਿਡ ਦੇ ਦੌਰਾਨ ਮਿਲ ਸਕਦੇ ਨੇ, ਵਾਈ ਨਾਟ ਵੀ ਪੀਪਲ। ਅਸੀਂ ਉੱਥੇ ਆਰਗੂਮੈਂਟਸ ਕੀਤੀਆਂ ਕਿ ਅਸੀਂ ਇਨਇਕੁਐਲਿਟੀ ਦੇ ਬਾਰੇ ਪ੍ਰੋਟੈਸਟ ਕਰਦੇ ਹੋਏ ਤਾਂ ਤੁਹਾਡੇ ਕੋਲ ਆਏ ਇੱਥੇ, ਤੇ ਇੱਥੇ ਤੁਹਾਡੇ ਡੋਰ ਸਟੈਪਸ ਉੱਤੇ ਸਾਡਾ ਇਨਇਕੁਐਲਿਟੀ ਦਾ ਤੁਸੀਂ ਵਰਤਾਰਾ ਕਰ ਰਹੇ ਹੋ, ਸਾਡੇ ਨਾਲ ਤੁਸੀਂ ਇੱਥੇ ਵਿਤਕਰਾ ਕਰ ਰਹੇ ਹੋ, ਤਾਂ ਸਾਡੇ ਬੰਦੇ ਕਿੱਦਾਂ ਛੱਡੋਗੇ ਤੁਸੀਂ? ਅੱਛਾ, ਸਾਡੀਆਂ ਕੁਝ ਆਰਗੂਮੈਂਟਸ ਇਸ ਪ੍ਰਕਾਰ ਦੀਆਂ ਸੀਗੀਆਂ ਤੇ ਉਹਨਾਂ ਦੇ ਅਫਸਰਾਂ ਕੋਲ ਕੋਈ ਜਵਾਬ ਨਹੀਂ ਸੀਗਾ। ਕਹਿੰਦੇ ਨੇ ਜੀ ਉਹ 85 ਸਾਲ ਦੇ ਨੇ, ਇਸ ਕਰਕੇ ਕੋਵਿਡ ਕੰਡੀਸ਼ਨਸ ਕਰਕੇ। ਅਸੀਂ ਕਿਹਾ ਜੀ ਬੀਜੇਪੀ ਦੇ ਜਿਹੜੇ ਡੈਪੂਟੇਸ਼ਨ ਆਉਂਦਾ ਫਿਰ ਉਹਨਾਂ ਦੀ ਉਮਰ ਘੱਟ ਜਾਂਦੀ ਉਸ ਵੇਲੇ, ਦੱਸੋ ਹੈ? ਸਾਡੀ ਉਮਰ ਵੀ ਤਾਂ ਅਸੀਂ ਵੀ 70-80 ਸਾਲ ਦੇ ਹੈਗੇ। ਹੁਣ ਚਾਹਲ ਸਾਹਿਬ ਐਡਵੋਕੇਟ, ਹੀ ਇਜ਼ 80 years। ਠੀਕ ਹੈ, ਐਡਵੋਕੇਟ ਚਾਹਲ, ਅਮਰ ਸਿੰਘ ਚਾਹਲ, ਜੀ ਠੀਕ ਹੈ, ਹਾਂ ਅਮਰ ਸਿੰਘ ਚਾਹਲ। तो साढ़े विच बजुर्ग बंदे भी सीगे, मैं भी सीगा, मेरी उम्र भी 70 प्लस तक ही है। बापू गुरचरण सिंह सीगे लाइक दिस। सो वी इंसिस्टेड कि साडे नाल जोगराज सिंह सीगे, ही इज क्वाइट ओल्ड, ठीक है। सो असीं उन्हां नाल आर्गूमेंट्स कीती है कि वी आर नॉट कैरिंग एनी काइंड ऑफ अ थिंग विच इज ऑब्जेक्शनेबल। साडे कोल जिहड़ा वैक्सीनेटेड दे सर्टिफिकेट्स हैगे ने, व्हाट इज द प्रॉब्लम? ਜੇ ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ ਤਾਂ ਸਾਨੂੰ ਮਿਲਾਓ ਵੀ, ਤੇ ਅਸੀਂ ਤਾਂ ਤੁਹਾਨੂੰ ਨਹੀਂ ਦੇਣਾ। ਜਿਹੜੇ ਛੋਟੇ ਅਫਸਰ ਨੇ ਅਸੀਂ ਉਹਨਾਂ ਨੂੰ ਆਪਣਾ ਮੈਮੋਰੈਂਡਮ ਨਹੀਂ ਦੇਣਾ। ਕਹਿੰਦੇ ਜੀ ਮੈਂ ਉਹਨਾਂ ਦੇ ਬਿਹਾਫ ਤੇ ਲੈਣ ਲਈ ਆਇਆ। ਮੈਂ ਕਿਹਾ ਜੀ ਬਿਹਾਫ ਤੇ ਤਾਂ ਕੱਲ ਨੂੰ ਪੀਐਨ ਆ ਕੇ ਕਹੇਗਾ ਕਿ ਮੈਂ ਉਹਨਾਂ ਦੇ ਬਿਹਾਫ ਤੇ ਆਇਆ, ਡਰਾਈਵਰ ਕਹੇਗਾ ਮੈਂ ਉਹਨਾਂ ਦੇ ਬਿਹਾਫ ਤੇ ਲੈਣ ਕੇ ਆਇਆ, ਅਸੀਂ ਨਹੀਂ ਦਿਆਂਗੇ। ਉਹ ਗਵਰਨਰ ਇਜ਼ ਗਵਰਨਰ, ਠੀਕ ਹੈ। ਚਲੋ ਤੁਹਾਡੀ ਆਰਗੂਮੈਂਟਸ ਹੋਈਆਂ, ਅਲਟੀਮੇਟਲੀ ਆਫਟਰ ਲੋਟ ਆਫ ਸਟਰਗਲ ਐਂਡ ਆਰਗੂਮੈਂਟਸ ਉਹਨਾਂ ਨੇ ਸਾਨੂੰ 4 ਬੰਦਿਆਂ ਨੂੰ ਅਲਾਉ ਕਰਤਾ, 4 ਬੰਦਿਆਂ ਨੂੰ, ਠੀਕ ਹੈ। ਤੇ ਜੇ 4 ਬੰਦਿਆਂ ਨੂੰ ਅਲਾਉ ਕੀਤਾ ਤਾਂ ਫਿਰ ਅੱਗੇ ਜਾ ਕਰਕੇ ਫਿਰ ਸਾਡੀ ਮੀਟਿੰਗ ਹੋਈ। ਅੱਗੇ ਉਹਨਾਂ ਦਾ ਇੱਕ ADC ਸੀਗਾ, ਹੀ ਵਾਜ਼ ਆਫ ਦਾ ਰੈਂਕ ਆਫ DIG, ਹਾਂਜੀ, ਉਹਦੇ ਨਾਲ ਸਾਡੀ ਗੱਲਬਾਤ ਹੋਈ। ਉਹਨੇ ਵੀ ਸੇਮ ਗੱਲਾਂ ਕੀਤੀਆਂ ਕਿ ਜੀ ਕੋਵਿਡ ਕੰਡੀਸ਼ਨਸ ਕਰਕੇ ਦਿਸ ਐਂਡ ਦਿਸ। ਅਸੀਂ ਕਿਹਾ ਜੀ ਸਾਡੇ ਕੋਲ ਉੱਥੇ ਜਿੰਨਾ ਸੰਗਤ ਆਈ ਹੋਈ ਹੈ, ਤੁਸੀਂ ਉਹਨਾਂ ਨੂੰ ਇੰਪਲਸਿਵ ਨਾ ਬਣਾਓ। ਤੁਸੀਂ ਉਹਨਾਂ ਨੂੰ ਜਿਹੜਾ ਹੈ ਜੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਇਸ ਪ੍ਰਕਾਰ ਦਾ ਇਤਰਾਜ਼ ਹੁੰਦਾ ਹੈ ਤੇ ਉੱਥੇ ਧਰਨਾ ਲੱਗ ਜਾਣਾ ਹੈ। ਥੀਸ ਆਰ ਦ ਇਲੈਕਸ਼ਨ ਡੇਜ਼ ਐਂਡ ਯੂ ਵਿਲ ਵਿਨ ਦ ਪ੍ਰੋਬਲਮ, ਦ ਐਡਮਿਨਿਸਟ੍ਰੇਸ਼ਨ ਵਿਲ ਵਿਨ ਦ ਪ੍ਰੋਬਲਮ, ਠੀਕ ਹੈ। ਅਸੀਂ ਇਹ ਤੁਹਾਨੂੰ ਦੇਣ ਨਹੀਂ ਆਏ ਮੈਮੋਰੈਂਡਮ, ਔਰ ਬਿਲਕੁਲ ਜਸਟੀਫਾਈਡ ਕਾਜ਼ ਹੈ, ਤੁਸੀਂ ਇਹਨੂੰ ਪੜ੍ਹੋ। ਉਹਨਾਂ ਨੇ ਪੜ੍ਹਿਆ, ਫਿਰ ਉਹਨਾਂ ਦੇ ਦਿਮਾਗ 'ਚ ਆਇਆ ਕਿ ਵੀ ਇਹ ਗੱਲਾਂ ਤਾਂ ਬੜੀਆਂ ਲੌਜੀਕਲ ਲਿਖੀਆਂ ਨੇ ਮੈਮੋਰੈਂਡਮ ਦੇ ਵਿੱਚ, ਗੱਲ ਵੀ ਠੀਕ ਕਰ ਰਹੇ ਨੇ। ਦੈਨ ਅਗੇਨ ਹੀ ਕੰਸਲਟਡ ਵਿਦ ਅਸ ਅਦਰ ਪੀਪਲ, ਤੇ ਫਿਰ ਸਾਨੂੰ ਉਹ 2 ਬੰਦਿਆਂ ਨੂੰ ਅੰਦਰ ਲੈ ਕੇ ਗਏ। 2 ਬੰਦਿਆਂ ਨੂੰ ਅੰਦਰ ਲੈ ਕੇ ਗਏ ਤੇ ਅਮਰ ਸਿੰਘ ਚਾਹਲ ਚਲੇ ਗਏ ਸੀ, ਨਾਲ ਦੀਪ ਸਿੱਧੂ ਗਿਆ ਸੀਗਾ ਜੀ, ਤੇ ਉਹ ਅੰਦਰ ਜਾ ਕਰਕੇ ਉਹ ਮੈਮੋਰੈਂਡਮ ਵਗੈਰਾ ਉਹਨਾਂ ਨੂੰ ਦੇ ਕੇ ਆਏ। ਜਿਸ ਵੇਲੇ ਉਹਨਾਂ ਨੇ ਮੈਮੋਰੈਂਡਮ ਵਗੈਰਾ ਉੱਥੇ ਦਿੱਤਾ ਤੇ ਸਭ ਤੋਂ ਪਹਿਲਾਂ ਤਾਂ ਗਵਰਨਰ ਸਾਹਿਬ ਨੇ ਉਹਨੂੰ ਪੜ੍ਹਿਆ ਚੰਗੀ ਤਰੀਕੇ ਨਾਲ। ਪੜ੍ਹਨ ਦੇ ਬਾਅਦ ਹੀ ਵਾਜ਼ ਸਰਪ੍ਰਾਈਜ਼ਡ ਕਿ ਬਈ ਇਹ ਬੰਦੇ ਇੰਨੇ ਸਾਲਾਂ ਤੋਂ ਇੱਥੇ ਬੈਠੇ ਨੇ। ਤੋਂ ਉਹਨਾਂ ਦਾ ਜਿਹੜਾ ਇਮੀਡੀਏਟ ਰਿਐਕਸ਼ਨ ਸੀਗਾ, ਕਹਿੰਦੇ ਕਿ ਜੀ ਮੇਰੇ ਕੋਲ ਜਿੰਨੀਆਂ ਪਾਵਰਸ ਨੇ, ਆਈ ਵਿਲ ਐਕਸਰਸਾਈਜ਼ ਦੋਜ਼ ਪਾਵਰ ਐਂਡ ਅਕੋਰਡਿੰਗ ਟੂ ਦੋਜ਼ ਪਾਵਰਸ ਮੈਂ ਜਿਹੜੇ 25 ਸਾਲ ਤੋਂ ਅਬਵ ਜਿਹੜਾ ਨੇ ਇੰਪ੍ਰਿਜ਼ਨਮੈਂਟ ਕੱਟ ਲਈ ਹੈ, ਸੈਂਟੈਂਸ ਕੱਟ ਲਈ ਹੈ, ਮੈਂ ਉਹਨਾਂ ਨੂੰ ਰਿਹਾ ਕਰ ਦਿਆਂਗਾ। ਅੱਛਾ ਜੀ, ਰਿਹਾ ਕਰ। ਉਹਨਾਂ ਨੇ ਕਿਹਾ ਕਿ ਅਸੀਂ ਰਿਹਾ, ਇਹ 4 ਸਾਲ ਨੇ ਮੈਨੂੰ ਦੱਸਿਆ ਕਿ 3 ਵਾਰੀ ਉਹ ਗਵਰਨਰ ਨੇ ਕਿਹਾ ਕਿ ਮੈਂ ਇਹ ਰਿਹਾ ਕਰਾਂਗਾ, ਆਈ ਪ੍ਰੋਮਿਸ ਯੂ, ਮੈਂ ਤੇ ਕੋਈ ਐਕਟ ਅਪੋਨ ਕਰਾਂਗਾ। ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੇ ਮੇਰੀ ਜੁਰਿਸਡਿਕਸ਼ਨ ਤੋਂ ਬਾਹਰ ਦੇ ਨੇ, ਕਿਉਂਕਿ ਸਾਰੇ ਬੰਦੇ ਤਾਂ ਹੁਣ ਚੰਡੀਗੜ੍ਹ ਯੂਨੀਅਨ ਟੈਰੀਟਰੀ ਦੇ ਨਾਲ ਸੰਬੰਧਿਤ ਨਹੀਂ ਹੈਗੇ। ਕੁਝ ਬੰਦੇ ਉੱਥੇ ਜਿੱਦਾਂ ਅਸੀਂ ਨਾਮ ਪਾਏ ਸੀਗੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਿਲੋਂਗਸ ਟੂ ਦ ਦਿੱਲੀ ਗਵਰਨਮੈਂਟ, ਠੀਕ ਹੈ। ਹੀ ਕਮਸ ਇੰਟਰ ਦ ਪਰਵਿਊ ਆਫ ਦ ਕੇਜਰੀਵਾਲ। ਸਿਮਿਲਰਲੀ ਗੁਰਦੀਪ ਸਿੰਘ ਖਹਿਰਾ, ਹੀ ਕਮਸ ਅੰਡਰ ਦ ਕਰਨਾਟਕਾ ਗਵਰਨਮੈਂਟ, ਜਿਸ ਅਨਦਰ ਵੱਖਰੀ ਸਟੇਟ ਹੈਗੀ ਹੈ, ਲੇਕਿਨ ਵੀ ਆਰ ਲੌਸਟ ਇਨ ਅੰਮ੍ਰਿਤਸਰ ਜੇਲ੍ਹ। ਗੁਰਦੀਪ ਸਿੰਘ ਖਹਿਰਾ ਐਜ਼ ਵੈਲ ਐਜ਼ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ। ਗੁਰਜੀਤ ਸਿੰਘ ਖਹਿਰਾ ਨੂੰ 31 ਸਾਲ ਹੋ ਗਏ ਨੇ, ਦਵਿੰਦਰਪਾਲ ਸਿੰਘ ਭੁੱਲਰ ਨੂੰ 27 ਸਾਲ ਹੋ ਗਏ ਨੇ। both are in the Amritsar jail, but they belong to different states. Therefore, the release of these 2 people is not in the hands of the Governor Punjab. Governor Punjab ਨੇ ਸਾਨੂੰ ਐਸ਼ੋਰ ਕੀਤਾ ਕਿ ਇਹਨਾਂ ਦੀ ਮੈਂ ਰਿਕਮੈਂਡੇਸ਼ਨ ਜਿਹੜੀ ਹੈ ਉਹ ਰਿਸਪੈਕਟਿਵ ਸਟੇਟਸ ਦੇ ਗਵਰਨਰਸ ਨੂੰ, ਉਹਨਾਂ ਦੀ ਗਵਰਨਮੈਂਟ ਨੂੰ ਕਰ ਦਿਆਂਗਾ। ਸੋ
the kind of response जिस प्रकार ਨਾਲ गवर्नर ने promise ਕੀਤਾ, जिस प्रकार ਨਾਲ ਉਹਨਾਂ ਨੇ response ਦਿੱਤਾ, ਉਹ response ਜਿਹੜਾ ਸੀਗਾ ਬੜਾ positive ਸੀਗਾ। But at the same time, what I personally feel, I'm analyzing everything, मैं ਉਹਦੇ basis ਤੇ ਗੱਲ ਕਰ ਰਿਹਾ। ਹੁਣ ਜਿਸ ਤਰੀਕੇ ਨਾਲ ਉਹਨਾਂ ਨੇ promise ਕੀਤਾ, if all goes well, ਜੇ ਸਭ ਕੁਝ ਠੀਕ ਚੱਲਦਾ ਹੈ ਤਾਂ ਉਹਨਾਂ ਦੀ ਰਿਹਾਈਆਂ ਸੰਭਵ ਹੋ ਸਕਦੀਆਂ ਨੇ। ਕਿਉਂਕਿ ਮੈਂ ਇੱਥੇ ਗੱਲ ਤੁਹਾਡੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰ ਲਵਾਂ ਕਿ ਬੇਅੰਤ ਸਿੰਘ ਕਾਂਡ ਨਾਲ ਸੰਬੰਧਿਤ, ਬੇਅੰਤ ਸਿੰਘ ਦੇ ਕੇਸ ਨਾਲ ਸੰਬੰਧਿਤ 7 ਦੇ ਵਿੱਚੋਂ 3 ਬੰਦੇ ਜਿਹੜੇ ਨੇ ਉਹਨਾਂ ਦੇ ਨਾਮ ਨੇ ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ ਅਤੇ ਭਾਈ ਲਖਵਿੰਦਰ ਸਿੰਘ ਲੱਖਾ। ਠੀਕ ਹੈ, ਇਹ 3 ਜਿਹੜੇ ਮੈਂ ਨਾਮ ਲਿੱਤੇ ਨੇ, ਇਹ ਵਿਅਕਤੀ 25 ਸਾਲ ਤੋਂ ਵੱਧ ਜੇਲ੍ਹਾਂ ਵਿੱਚ ਹੈਗੇ ਨੇ ਅਤੇ ਨਾਲ ਦੇ ਨਾਲ ਇਹਨਾਂ ਨੇ ਜਿਹੜੇ ਨੇ ਪਿਛਲੇ ਕੁਝ ਸਾਲਾਂ ਤੋਂ ਪੈਰੋਲ ਤੇ ਆ ਰਹੇ ਨੇ। ਪੈਰੋਲ ਤੇ ਆਉਣ ਦਾ ਮਤਲਬ ਹੋ ਗਿਆ ਛੁੱਟੀ ਤੇ ਆ ਰਹੇ ਨੇ। ਉਹ ਛੁੱਟੀ ਤਾਂ ਮਿਲਦੀ ਹੈ ਬਾਰ-ਬਾਰ, ਰਿਪੀਟਡਲੀ ਛੁੱਟੀ ਤਾਂ ਮਿਲਦੀ ਹੈ when your conduct is satisfactory according to the intelligence and CID report, ਕਿ ਜਦ ਤੁਸੀਂ ਛੁੱਟੀ ਤੇ ਆਉਂਦੇ ਹੋ ਬਾਹਰ ਆ ਕਰਕੇ ਤੁਸੀਂ ਬਿਲਕੁਲ ਇੱਕ ਚੰਗੇ ਬੀਬੇ ਸਿਟੀਜ਼ਨ ਵਾਂਗਰ ਤੁਸੀਂ ਆਪਣਾ ਟਾਈਮ ਪਾਸ ਕਰਦੇ ਹੋ, ਜਿਸ ਲਈ ਉਹ ਰਿਪੋਰਟਾਂ ਬਿਲਕੁਲ ਸੈਟਿਸਫੈਕਟਰੀ ਹੁੰਦੀਆਂ ਨੇ, ਤੁਹਾਨੂੰ ਅਗਲੀ ਵਾਰੀ ਫਿਰ ਛੁੱਟੀ ਮਿਲ ਜਾਂਦੀ ਹੈ। ਸੋ ਦੇ ਆਰ ਰਿਪੀਟਡਲੀ ਕਮਿੰਗ ਔਨ ਦਾ ਪੈਰੋਲਸ। ਸੋ ਇਸਦਾ ਮਤਲਬ ਇਹ ਨਿਕਲਿਆ ਕਿ ਇਹ ਜਿਹੜੇ 3 ਬੰਦੇ ਜੋ ਕਿ ਯੂਨੀਅਨ ਟੈਰੀਟਰੀ ਤੇ ਗਵਰਨਰ ਦੇ ਅਖਤਿਆਰ ਵਿੱਚ ਆਉਂਦੇ ਨੇ, ਪੈਰੋਲ ਤੇ ਵੀ ਆ ਰਹੇ ਨੇ, ਐਂਡ ਦੋਜ਼ ਹੂ ਹੈਵ ਕੰਪਲੀਟਡ देयर ਸੈਂਟੈਂਸ ਰਾਦਰ ਮੋਰ ਦੈਨ ਦ ਸੈਂਟੈਂਸ ਵਿਚ ਵਾਸ ਗਿਵਨ ਬਾਈ ਦ ਕੋਰਟ। ਸੋ ਉਸ ਤੋਂ ਵੱਧ ਉਹ ਜਿਹੜੀਆਂ ਨੇ ਆਪਣੀ ਸਜ਼ਾਵਾਂ ਕਰ ਚੁੱਕੇ ਨੇ ਪੂਰੀਆਂ। ਔਰ ਸਾਨੂੰ ਉਮੀਦ ਹੈ ਕਿ ਬਈ ਇਹ ਜਿਹੜੇ 3 ਬੰਦੇ ਨੇ ਇਹ ਬਿਲਕੁਲ ਮੈਚਿਓਰਡ ਕੇਸ ਹੈ, ਬਿਲਕੁਲ ਟੋਟਲੀ ਜਿਹਨੂੰ ਕਹਿੰਦੇ ਕਿ ਮੈਚਿਓਰਡ ਐਸ ਫਾਰ ਐਸ ਗਵਰਨਰ ਪੰਜਾਬ ਇਜ਼ ਕੰਸਰਨ। ਆਈ ਐਮ ਟਾਕਿੰਗ ਅਬਾਊਟ ਦੈਟ ਥਿੰਗ। ਜਿੱਥੇ ਤੱਕ ਸਵਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਹੈਗਾ, ਦੈਟ ਕਮਸ ਇਨ ਦਾ ਪਰਵਿਊ ਆਫ ਦਾ ਕੇਜਰੀਵਾਲ ਨੂੰ ਇਮੀਡੀਏਟਲੀ ਜਿਹੜਾ ਹੈ ਕਿ ਛੱਡ ਦੇਣਾ ਚਾਹੀਦਾ। ਜਿੱਥੇ ਤੁਸੀਂ ਹੁਣ ਗੱਲ ਕੀਤੀ ਸੀ ਨਾ ਕਿ ਬਈ ਤੁਸੀਂ ਫਿਊਚਰ ਵਿੱਚ ਕੀ ਕਰੋਗੇ, ਮੈਂ ਉਹਦਾ ਨਾਲ ਦੇ ਨਾਲ ਜਵਾਬ ਵੀ ਦੇ ਦਿਆਂ ਕਿ ਵੀ ਆਰ ਡੈਫੀਨੇਟਲੀ ਵੈਰੀ ਸੀਰੀਅਸ ਅਬਾਊਟ ਇਟ ਕਿ ਬਈ ਰਿਗਾਰਡਿੰਗ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ। ਮੈਂ ਕਿਉਂ ਨਾ ਲੈ ਰਿਹਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ? ਇੱਕ ਪਹਿਲੀ ਗੱਲ ਤਾਂ ਹੈਗੀ ਹੈ ਦੈਟ ਇਜ਼ ਏ fully matured case. There is no legal obstacle, ਕੋਈ ਵੀ ਕਾਨੂੰਨੀ ਅੜਚਨ ਉਹਨਾਂ ਦੇ ਕੇਸ ਵਿੱਚ ਨਹੀਂ ਹੈਗੀ। ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕਿਉਂਕਿ ਕੇਜਰੀਵਾਲ ਦੇ ਉਹਦੇ ਸਿਸਟਮ ਦੇ ਅੰਡਰ ਆਉਂਦਾ ਹੈ, ਇਸ ਕਰਕੇ ਕਿਉਂ ਕੇਜਰੀਵਾਲ ਪੰਜਾਬ ਵਿੱਚ ਇਲੈਕਸ਼ਨ ਲੜਨ ਜਾ ਰਿਹਾ ਹੈ, ਸੋ ਹੋ ਸਕਦਾ ਹੈ ਕਿ ਸਾਨੂੰ ਫਿਊਚਰ ਵਿੱਚ ਕੇਜਰੀਵਾਲ ਨੂੰ ਮਿਲ ਕੇ ਜਾਂ ਸੁਨੇਹਾ ਭੇਜ ਕੇ ਆਪਣਾ ਜਿਹੜਾ ਹੈ ਅਸੀਂ ਉੱਤੇ ਹੋਰ ਜ਼ੋਰ ਪ੍ਰੈਸ਼ਰ ਪਾਈਏ। ਅਗਰ ਉਹ ਪ੍ਰੈਸ਼ਰ ਦੇ ਬਾਅਦ ਵੀ ਅਗਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਨਹੀਂ ਛੱਡਦਾ, ਫਿਰ ਅਸੀਂ ਸਿਆਸੀ ਤੌਰ ਤੇ ਫਿਰ ਉਹਨਾਂ ਦੀ ਜਿਹੜੀ ਕਹਿੰਦੇ ਟਵਿਸਟਿੰਗ ਆਫ ਆਰਮ ਤੇ ਅਸੀਂ ਉਹਨਾਂ ਦੀ ਕੁਛ ਨਾ ਕੁਛ ਇੱਥੇ ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਗੱਲ ਸਮਝਾਵਾਂਗੇ ਕਿ ਬਈ ਤੁਹਾਡਾ ਇੱਥੇ ਵੋਟਾਂ ਦਾ ਸਿਸਟਮ ਅਸੀਂ ਤੇ ਖਰਾਬ ਕਰ ਦਿਆਂਗੇ। ਸਾਨੂੰ ਬੋਲਣਾ ਪਏਗਾ, ਕੁਛ ਨਾ ਕੁਛ ਸਾਨੂੰ ਕਹਿਣਾ ਪਏਗਾ। ਠੀਕ ਹੈ ਜੀ। So we are not going to compromise on all these things as far as the release of 6 political prisoners is concerned. ਅਸੀਂ ਕਿਸੇ ਪ੍ਰਕਾਰ ਨਾਲ ਵੀ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ, ਭਾਵੇਂ ਕਮ ਵਕਤ ਵਿੱਚ ਜੋ ਕੁਝ ਮਰਜ਼ੀ ਹੋ ਜਾਏ। ਸੋ ਮੈਂ ਸਮਝਦਾ ਕਿ ਵੀ ਇਹ 2 ਕੇਸ ਵੱਖਰੇ ਨੇ, ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਦਾ, ਤੇ ਜਿਹੜੇ 3 ਦੇ ਨਾਂ ਲਿੱਤੇ ਨੇ। ਇਹਦੇ ਇਲਾਵਾ ਮੈਂ ਸਮਝਦਾ ਕਿ ਬਾਕੀ ਦੇ ਜਿਹੜੇ ਬੰਦੀ ਸਿੰਘ ਨੇ, ਜਿਵੇਂ ਕਿ ਭਾਈ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਉਹ ਦਿੱਲੀ ਦੇ ਤਿਹਾੜ ਜੇਲ੍ਹ 'ਚ ਨੇ। ਉਹਨਾਂ ਦਾ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਹੈਗਾ। ਦੈਟ ਅਗੇਨ ਇਹ ਕੇਸ ਜਿਹੜਾ ਹੈ ਚੰਡੀਗੜ੍ਹ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਭਾਈ ਜਗਤਾਰ ਸਿੰਘ ਜੀ ਤਾਰਾ ਉਹ ਇਸ ਵੇਲੇ ਬੁੜੈਲ ਜੇਲ੍ਹ ਚੰਡੀਗੜ੍ਹ 'ਚ ਨੇ। ਸਿਮਿਲਰਲੀ ਪਰਮਜੀਤ ਸਿੰਘ ਭਿਓਰਾ ਵੀ ਚੰਡੀਗੜ੍ਹ ਜੇਲ੍ਹ 'ਚ ਨੇ। ਤੇ ਸਿਮਿਲਰਲੀ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਬਿਲਕੁਲ ਉਹ ਪਟਿਆਲੇ ਦੀ ਜੇਲ੍ਹ 'ਚ ਨੇ। ਪਟਿਆਲੇ ਦੀ ਜੇਲ੍ਹ ਦਾ ਮਤਲਬ ਹੋ ਗਿਆ ਕਿ ਉਹ ਵੀ ਪੰਜਾਬ ਦੇ ਵਿੱਚ ਆ ਜਾਂਦਾ ਹੈ, ਗਵਰਨਰ ਦੇ ਅਖਤਿਆਰ ਹੈਗਾ। ਲੇਕਿਨ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਐਜ਼ ਯੂ ਨੋ ਇਟ ਵੈਰੀ ਵੈਲ ਕਿ ਇਹਨਾਂ ਦੀ ਫਾਂਸੀ ਦੀ ਸਜ਼ਾ ਹੋਈ ਸੀਗੀ, ਔਰ ਫਾਂਸੀ ਦੀ ਸਜ਼ਾ ਦੇ ਵਾਸਤੇ ਤੁਹਾਨੂੰ ਯਾਦ ਹੋਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖ ਕੇ ਭੇਜਿਆ ਸੀਗਾ। ਤੇ ਇਹਨਾਂ ਦਾ ਕੇਸ ਜਿਹੜਾ ਹੈ ਭਾਰਤੀ ਹੋਮ ਮਿਨਿਸਟਰੀ ਦੇ ਕੋਲ ਪੈਂਡਿੰਗ ਪਿਆ ਹੋਇਆ ਹੈ। ਤਾਂ ਉਸ ਨੂੰ ਵੀ ਐਕਸਪੀਡਾਈਟ ਕਰਾਉਣ ਦੀ ਲੋੜ ਹੈਗੀ ਹੈ ਕਿ ਇਹਨਾਂ ਦੀ ਜਿਹੜੀ ਡੈਥ ਸੈਂਟੈਂਸ ਜਿਹੜੀ ਹੈ ਉਹ ਲਾਈਫ ਦੇ ਵਿੱਚ ਕਨਵਰਟ ਹੋਏ, ਔਰ ਲਾਈਫ ਦੇ ਵਿੱਚ ਕਨਵਰਟ ਹੋਣ ਦੇ ਬਾਅਦ
that comes in the purview of the governor of Punjab. ਜੀ So ਜਿਹੜੇ 3 ਮੈਂ ਪਹਿਲਾਂ ਨਾਲ ਤੇ ਨੇ ਇਹ ਬਿਲਕੁਲ ਮੈਚਿਓਰ ਕੇਸ ਨੇ। ਪਰਮਜੀਤ ਸਿੰਘ ਭਿਓਰਾ ਦਾ ਕੇਸ ਵੀ ਬੜਾ ਮੈਚਿਓਰ ਹੈ, ਲੇਕਿਨ ਉਹਨਾਂ ਨੂੰ ਅੱਜ ਤੱਕ ਪਰੋਲ ਤੇ ਨਹੀਂ ਛੱਡਿਆ ਗਿਆ। ਸੋ ਇਸ ਪ੍ਰਕਾਰ ਨਾਲ ਭਾਈ ਜਗਤਾਰ ਸਿੰਘ ਤਾਰਾ, ਅਸੀਂ ਸਾਰੇ ਕੇਸਿਸ ਦੇ ਬਾਰੇ ਵੀਡੀਓ ਵਿੱਚ ਸੀਰੀਅਸ ਅਬਾਊਟ ਇਟ। ਤੇ ਜਿੱਥੇ ਤੱਕ ਜਗਤਾਰ ਸਿੰਘ ਜੀ ਹਵਾਰਾ ਜਿਹਾ ਸਵਾਲ ਹੈਗਾ ਹੈ ਜਥੇਦਾਰ ਸਾਹਿਬ ਦਾ, ਤਾਂ ਉਹਦੇ ਵਾਸਤੇ ਜਿਹੜਾ ਹੈ ਅਸੀਂ ਯਤਨ ਜਿਹੜੇ ਨੇ ਪੂਰੇ ਕਰ ਰਹੇ ਹਾਂ, ਕਿਉਂਕਿ ਉਹਨਾਂ ਦੇ 2 ਕੇਸਿਸ ਅਜੇ ਤੱਕ ਪੈਂਡਿੰਗ ਪਏ ਨੇ ਇਨ ਪੰਜਾਬ। ਠੀਕ ਹੈ, ਉਹਨਾਂ ਦੀ ਸੈਟਲਮੈਂਟ ਜਿਹੜੀ ਹੈ ਅਜੇ ਹੋਣ ਵਾਲੀ ਹੈ। ਤੋ ਉਹ ਇਸ ਕਰਕੇ ਥੋੜਾ ਜਿਹਾ ਹੋ ਸਕਦਾ ਕਿ ਉਹਨਾਂ ਦੀ ਰਿਹਾਈ ਵਿੱਚ ਥੋੜੀ ਜਿਹੀ ਰੁਕਾਵਟ ਵੀ ਆਵੇ, ਤੇ ਲੇਕਿਨ ਅਸੀਂ ਜ਼ਰੂਰ ਚਾਹਾਂਗੇ ਕਿ ਉਹਨਾਂ ਨੂੰ ਪੰਜਾਬ ਵਿੱਚ ਟ੍ਰਾਂਸਫਰ ਕੀਤਾ ਜਾਏ ਟਿਲ ਦਾ ਟਾਈਮ ਹੀ ਇਜ਼ ਨਾਟ ਰਿਲੀਜ਼ਡ। ਸੋ ਅਸੀਂ ਚਾਹੁੰਦੇ ਹਾਂ ਕਿ ਬਈ ਇੱਕ ਪ੍ਰੋਸੈਸ ਸਟਾਰਟ ਹੋਏ। ਪ੍ਰੋਸੈਸ ਸਟਾਰਟ ਹੋਣ ਦਾ ਮਤਲਬ ਹੋ ਗਿਆ ਕਿ ਜਿਹੜੇ ਨਾਮ ਅਸੀਂ ਦਿੱਤੇ ਨੇ ਉਹਨਾਂ ਚੋਂ ਜਿਹੜੇ ਸਭ ਤੋਂ ਜ਼ਿਆਦਾ ਮੈਚਿਓਰ ਨੇ ਉਹ ਬੰਦੇ ਪਹਿਲਾਂ ਰਿਲੀਜ਼ ਹੋ ਜਾਣ। ਉਸ ਤੋਂ ਬਾਅਦ ਸਾਡੀ ਜਿਹੜੀ ਸਟਰਗਲ ਹੈ, ਸਾਡਾ ਜਿਹੜਾ ਐਜੀਟੇਸ਼ਨ ਹੈ, ਸਾਡੀ ਜਿਹੜੀ ਡਿਮਾਂਡ ਹੈ, ਉਹ ਇੱਕ ਪੰਜਾਬ ਦੀ ਆਵਾਜ਼, ਸਾਡੀ ਪੰਥ ਦੀ ਆਵਾਜ਼ ਬਣ ਕੇ ਅਸੀਂ ਉਹਨੂੰ ਉਭਾਰ ਕੇ ਜਿਹੜਾ ਹੈ ਆਪਣਾ ਜਿਹੜਾ ਸਟਰਗਲ ਨੂੰ ਕੰਟੀਨਿਊ ਰੱਖਾਂਗੇ ਫਿਊਚਰ ਵਿੱਚ। ਲੈਟ ਅਸ ਸੀ ਕਿ ਬਈ ਹੌਲੀ ਹੌਲੀ ਅਗਰ ਅਸੀਂ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਮੈਂ ਸਮਝਦਾ ਕਿ ਕੌਮ ਦੇ ਵਾਸਤੇ ਬੜੀ ਅੱਛੀ, ਬੜੀ ਖੁਸ਼ੀ ਦੀ ਗੱਲ ਹੋਏਗੀ। ਸੋ ਜਿੱਥੇ ਤੱਕ ਸਰਕਾਰ ਦੀ ਗੱਲ ਕਰਾਂ, ਮੈਂ ਸੈਂਟਰਲ ਗੌਰਮੈਂਟ ਦੀ ਗੱਲ ਕਰਾਂ, ਤਾਂ ਸੈਂਟਰਲ ਗੌਰਮੈਂਟ ਆਈ ਟੈਲ ਯੂ, ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਸੈਂਟਰਲ ਗੌਰਮੈਂਟ ਕੋਲ, ਆਈ ਮੀਨ ਟੂ ਸੇ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਇੰਨੀ ਵਾਸਟ ਪਾਵਰ ਹੈ ਅੰਡਰ ਦਾ ਕੌਂਸਟੀਟਿਊਸ਼ਨ, ਇੰਨੀ ਵਾਸਟ ਪਾਵਰ ਹੈ ਕਿ ਆਰਟੀਕਲ 72 ਦੇ ਅੰਡਰ ਉਹ ਇੱਕ ਸਟ੍ਰੋਕ ਦੇ ਵਿੱਚ ਇਹ ਸਾਰੇ ਬੰਦਿਆਂ ਨੂੰ ਰਿਹਾ ਕਰ ਸਕਦੇ ਨੇ ਇੱਕ ਸਟ੍ਰੋਕ 'ਚ। ਅੱਛਾ ਜੀ। ਇਵਨ one signature is enough। ਠੀਕ ਹੈ ਜੀ। of the president of India। ਜੀ। ਹਾਂ, ਜਿਸਦੀ ਟਰਮ ਅਜੇ ਕੰਪਲੀਟ ਨਹੀਂ ਹੋਈ ਉਹਦੇ ਬਾਰੇ ਤਾਂ ਕਹਿ ਸਕਦੇ ਨੇ, ਲੇਕਿਨ ਜਿਨ੍ਹਾਂ ਨੇ ਆਪਣੀ ਟਰਮਸ ਕੰਪਲੀਟ ਕਰ ਲਈਆਂ ਨੇ, ਇੱਕ ਸਟ੍ਰੋਕ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਸਾਰਿਆਂ ਨੂੰ ਰਿਲੀਜ਼ ਕਰ ਸਕਦਾ ਹੈ। ਠੀਕ ਹੈ ਜੀ। ਉਹ ਤਾਂ ਹੈ ਪ੍ਰੋਵਾਈਡਡ the government is sincere towards the cause of the Sikhs। ਜੀ। ਅਗਰ ਸਰਕਾਰ 2022 ਦੇ ਇਲੈਕਸ਼ਨ ਵਿੱਚ ਅਗਰ ਇਹ ਲੋਕ ਚਾਹੁੰਦੇ ਨੇ ਕਿ ਕੋਈ ਪੈਰ ਧਰਾਈ ਹੋਏ ਪੰਜਾਬ ਦੇ ਵਿੱਚ, ਪੰਜਾਬ ਦਾ ਮਾਹੌਲ ਇੱਕ ਚੰਗਾ ਬਣੇ, ਲੋਕਾਂ ਦੇ ਮਨ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੇ, ਕਿਉਂਕਿ ਇਹ ਸਿਰਫ ਤੇ ਸਿਰਫ ਬੰਦੀ ਸਿੰਘਾਂ ਦੇ ਪਰਿਵਾਰਾਂ ਤੱਕ ਦੀ ਗੱਲ ਨਹੀਂ ਹੈਗੀ। ਇਟ ਇਜ਼ ਨਾਟ ਰਿਸਟ੍ਰਿਕਟਡ ਓਨਲੀ ਟੂ ਦ ਫੈਮਿਲੀ ਮੈਂਬਰਸ। ਇਹ ਇੱਕ ਕੌਮੀ ਮੁੱਦਾ ਹੈ, ਇੱਕ ਪੰਥ ਦਾ ਮੁੱਦਾ ਹੈ, ਇਹ ਪੰਜਾਬ ਦਾ ਮੁੱਦਾ ਹੈ। ਅਖੀਰ ਵਿੱਚ ਮੈਂ ਗੱਲ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੀ ਹਿੰਦੂ ਕਮਿਊਨਿਟੀ ਹੈ, ਠੀਕ ਹੈ, ਉਹਦੇ ਵਿੱਚ ਮੈਂ ਕਈ ਉਹਦੀਆਂ ਕਲਾਸੀਫਿਕੇਸ਼ਨਸ ਕਰ ਸਕਦਾ ਹਾਂ। ਉਹਦੇ ਵਿੱਚੋਂ ਇੱਕ ਕਲਾਸੀਫਿਕੇਸ਼ਨ ਉਹ ਹੈ ਦੋਜ਼ ਹੂ ਆਰ ਵੈਰੀ ਵੈਰੀ ਸੈਂਸੀਬਲ ਐਂਡ ਸੇਲਰ ਪੀਪਲ। ਠੀਕ ਹੈ ਜੀ। ਐਜੂਕੇਟਡ ਸੇਲਰ ਪੀਪਲ, ਜਿਹੜਾ ਉਹ ਸੈਗਮੈਂਟ ਹੈ, ਜਿਸ ਵੇਲੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਦਾ ਕਿ ਰਿਹਾਈਆਂ ਬਾਰੇ, ਤਾਂ ਮੈਨੂੰ ਖੁਸ਼ੀ ਹੁੰਦੀ ਹੈ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਕਿ ਜਿਹੜੇ ਕਿ ਮਨੁੱਖੀ ਕਦਰਾਂ ਕੀਮਤਾਂ ਨੂੰ ਅੰਡਰਸਟੈਂਡ ਕਰਦੇ ਨੇ, ਹਿਊਮਨ ਰਾਈਟਸ ਦੀ ਵੈਲਿਊਜ਼ ਨੂੰ ਅੰਡਰਸਟੈਂਡ ਕਰਦੇ ਨੇ, ਉਹ ਕਈ ਵਾਰ ਮੇਰੇ ਨਾਲ ਸ਼ੇਅਰ ਕਰਦੇ ਨੇ ਕਿ ਬਈ ਇਹ ਸਹੀ ਮੈਨੇ ਸਰਕਾਰ ਧੱਕਾ ਕਰ ਰਹੀ ਹੈ। ਔਰ ਲਾਅ ਪਤਾ ਕੀ ਕਹਿੰਦਾ ਜੀ? ਲਾਅ ਕਹਿੰਦਾ ਹੈ ਕਿ ਜਿਸ ਵੇਲੇ ਕੋਈ ਬੰਦਾ ਕੋਈ ਕ੍ਰਿਮੀਨਲ ਹੋਏ ਜਾਂ ਕਿਸੇ ਨੇ ਕਿਸੇ ਦਾ ਕਤਲ ਕੀਤਾ ਹੋਏ, ਕਿਸੇ ਪ੍ਰਕਾਰ ਦਾ ਵੀ ਕੋਈ ਦੋਸ਼ੀ ਹੋਏ, ਅਗਰ ਕੋਰਟ ਵੱਲੋਂ ਦਿੱਤੀ ਹੋਈ ਸਜ਼ਾ ਉਹ ਪੂਰੀ ਕਰ ਲੈਂਦਾ ਹੈ ਤੇ ਉਹ ਇੱਕ ਆਰਡੀਨਰੀ ਸਿਟੀਜ਼ਨ ਬਣ ਜਾਂਦਾ ਹੈ, ਉਹ ਇੱਕ ਆਮ ਨਾਗਰਿਕ ਬਣ ਜਾਂਦਾ ਹੈ, ਉਹ ਇੱਕ ਰਿਸਪੈਕਟੇਬਲ ਸਿਟੀਜ਼ਨ ਬਣ ਜਾਂਦਾ ਹੈ। ਅੱਜ ਜਿਹੜੇ ਸਾਡੇ ਬੰਦੀ ਸਿੰਘ ਹੈਗੇ ਨੇ, ਇਹ ਸਾਡੇ ਹੀਰੋ ਨੇ, ਇਹ ਸਾਡੇ ਨਾਇਕ ਨੇ। ਇਹਨਾਂ ਨੇ ਲਾਅ ਦੇ ਮੁਤਾਬਕ ਜੋ ਸਜ਼ਾਵਾਂ ਸੀਗੀਆਂ ਪੂਰੀਆਂ ਕਰ ਲਈਆਂ, ਐਂਡ ਨਾਓ they as per the law, as per constitution, they are the respectable citizen। ਔਰ ਇਸ ਕਰਕੇ ਉਹ ਸਮਾਜ ਦੇ ਇੱਕ ਸਤਿਕਾਰਿਤ ਵਿਅਕਤੀ ਨੇ, ਇਸ ਕਰਕੇ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਪੱਕੀ ਹੋਣੀ ਚਾਹੀਦੀ ਹੈ। ਜੀ ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ। ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਨੂੰ ਦਿੱਤਾ, ਸੁਣਨ ਵਾਲੇ ਸਰੋਤਿਆਂ ਨੂੰ ਦਿੱਤਾ, ਤੇ ਅਸੀਂ ਅਰਦਾਸ ਵੀ ਕਰਦੇ ਹਾਂ ਉਸ ਵਾਹਿਗੁਰੂ ਦੇ ਅੱਗੇ ਜਿਹੜਾ ਕਾਰਜ ਤੁਸੀਂ ਸ਼ੁਰੂ ਕੀਤਾ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦਾ, ਉਹ ਜਲਦ ਸੰਪੂਰਨ ਹੋਵੇ ਤੇ ਬੰਦੀ ਸਿੰਘ ਆਪਣੇ ਘਰਾਂ ਨੂੰ ਵਾਪਸ ਆਉਣ, ਆਪਣੇ ਪਰਿਵਾਰਾਂ ਦੇ ਨਾਲ ਆਮ ਵਰਗੀ ਜ਼ਿੰਦਗੀ ਜਿਹੜੀ ਹੈ ਉਹ ਬਿਤਾਉਣ। ਸੋ ਬਹੁਤ ਧੰਨਵਾਦ ਕਰਦਾ ਜੀ। ਥੈਂਕ ਯੂ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ, ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ, ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।